Let us turn to the 12th chapter of Luke. ਆਓ ਅਸੀਂ ਵੇਖੀਏ ਲੂਕਾ ਦੀ ਅੰਜੀਲ ਉਸ ਦਾ 12 ਅਧਿਆਇ। And the Bible says, ਅਤੇ ਬਾਈਬਲ ਇਸ ਤਰ੍ਹਾਂ ਆਖਦੀ ਹੈ, an innumerable multitude of people gathered, ਲੋਕਾਂ ਦੀ ਇੱਕ ਵੱਡੀ ਭੀੜ ਇਸ ਜਗ੍ਹਾ ਤੇ ਇਕੱਠੀ ਹੋਈ ਸੀ, insomuch that they trod one upon another. ਉਹ ਭੀੜ ਇੰਨੀ ਜ਼ਿਆਦਾ ਸੀ ਕਿ ਉਹ ਇੱਕ ਦੂਜੇ ਦੇ ਉੱਪਰ ਡਿੱਗਦੇ ਪਏ ਸਨ। And then Jesus began to say to his disciples, ਅਤੇ ਫਿਰ ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਦੇ ਨਾਲ ਗੱਲ ਸ਼ੁਰੂ ਕੀਤੀ, beware of the leaven of the Pharisees, religious teachers. ਉਹ ਕਹਿਣ ਲੱਗਾ ਕਿ ਫਰੀਸੀਆਂ ਦੇ ਖਮੀਰ ਤੋਂ ਹੁਸ਼ਿਆਰ ਰਹੋ, ਜੋ ਧਾਰਮਿਕ ਸਿੱਖਿਅਕ ਸਨ, Which is hypocrisy. ਜੋ ਕਪਟ ਹੈ। Amazing, isn't it? ਇਹ ਤਾਂ ਅਦਭੁਤ ਹੈ। The Lord Jesus Christ did not endorse the religion of his day. ਪ੍ਰਭੂ ਯਿਸੂ ਨੇ ਆਪਣੇ ਦਿਨਾਂ ਦੇ ਉਸ ਧਰਮ ਨੂੰ ਸਹਿਣ ਨਹੀਂ ਕੀਤਾ ਸੀ। He said, beware of this kind of religion, which is hypocrisy. ਉਸ ਨੇ ਕਿਹਾ ਕਿ ਇਸ ਕਿਸਮ ਦੇ ਧਰਮ ਤੋਂ ਤੁਸੀਂ ਸਾਵਧਾਨ ਰਹੋ, ਜੋ ਕਿ ਕਪਟ ਹੈ। Now, what do you think of the religion of today? ਤੁਸੀਂ ਅੱਜ ਦੇ ਧਰਮ ਬਾਰੇ ਕੀ ਸੋਚਦੇ ਹੋ? Pure hypocrisy. ਇਹ ਪੂਰੀ ਤਰ੍ਹਾਂ ਕਪਟ ਹੈ। And we just go through the motions. ਅਤੇ ਅਸੀਂ ਸਿਰਫ ਭਾਵਨਾਵਾਂ ਦੇ ਵਿੱਚੋਂ ਦੀ ਲੰਘਦੇ ਹਾਂ। And we are incapable of even guiding our own families. ਅਤੇ ਅਸੀਂ ਆਪਣੇ ਪਰਿਵਾਰ ਦੀ ਹੀ ਅਗਵਾਈ ਨਹੀਂ ਕਰ ਪਾਉਂਦੇ ਹਾਂ। All right, if you want that kind of God, all right, play around with your life. But life is not to be played around with. ਵੇਖੋ, ਜੇਕਰ ਤੁਸੀਂ ਇਸ ਤਰ੍ਹਾਂ ਦਾ ਧਰਮ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਜੀਵਨ ਦੇ ਨਾਲ ਖੇਡਦੇ ਰਹੋ, ਪਰ ਜੀਵਨ ਖੇਡਣ ਦੇ ਲਈ ਨਹੀਂ ਹੈ। I need a God who will help me to live right and live straight. ਮੈਨੂੰ ਇੱਕ ਅਜਿਹੇ ਪਰਮੇਸ਼ਵਰ ਦੀ ਲੋੜ ਹੈ ਜਿਹੜਾ ਸਹੀ ਹੈ ਅਤੇ ਉਹ ਮੇਰੇ ਜੀਵਨ ਨੂੰ ਵੀ ਸਹੀ ਬਿਤਾਉਣ ਵਿੱਚ ਮੇਰੀ ਸਹਾਇਤਾ ਕਰੇ। If my religion was all talk, ਜੇਕਰ ਮੇਰਾ ਧਰਮ ਸਿਰਫ ਗੱਲਾਂ ਬਾਤਾਂ ਵਿੱਚ ਹੀ ਹੈ, well, I am a clown. ਤਾਂ ਮੈਂ ਸਿਰਫ ਇੱਕ ਮਸਕਰਾ ਹਾਂ। My dear friends, nobody ever dared to call me a clown. ਵੇਖੋ ਮੇਰੇ ਮਿੱਤਰੋ, ਕਿਸੇ ਨੇ ਵੀ ਕਦੇ ਮੈਨੂੰ ਕੋਈ ਮਸਕਰਾ ਕਹਿਣ ਦੀ ਹਿੰਮਤ ਨਹੀਂ ਕੀਤੀ ਹੈ, Because I had to deal with practical problems all through life. ਕਿਉਂਕਿ ਪੂਰਾ ਜੀਵਨ ਪਰ ਮੈਨੂੰ ਵਿਵਹਾਰਿਕ ਸਮੱਸਿਆਵਾਂ ਦੇ ਨਾਲ ਸਾਹਮਣਾ ਕਰਨਾ ਪਿਆ ਸੀ। And through my college years, ਅਤੇ ਮੇਰੇ ਕਾਲਜ ਦੇ ਸਾਲਾਂ ਦੇ ਦੌਰਾਨ as a keen sportsman, ਇੱਕ ਉਤਸੁਕ ਖਿਡਾਰੀ ਹੁੰਦੇ ਹੋਏ I moved very closely with some of the finest sports people. ਮੈਂ ਕੁਝ ਚੰਗੇ ਖਿਡਾਰੀਆਂ ਦੇ ਨਾਲ ਬਹੁਤ ਅੱਛਾ ਸੰਬੰਧ ਰੱਖਦਾ ਹੁੰਦਾ ਸੀ, But I could see that many of them were struggling. ਪਰ ਮੈਂ ਵੇਖ ਸਕਦਾ ਸੀ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਸੰਘਰਸ਼ ਕਰ ਰਹੇ ਸਨ। Some of them were very depressed. ਉਹਨਾਂ ਦੇ ਵਿੱਚੋਂ ਕੁਝ ਬਹੁਤ ਜ਼ਿਆਦਾ ਨਿਰਾਸ਼ ਸਨ। Yes, in the field of sport, we did pretty well. ਹਾਂ, ਖੇਡ ਦੇ ਮੈਦਾਨ ਵਿੱਚ ਤਾਂ ਅਸੀਂ ਕਾਫੀ ਵਧੀਆ ਕਰਦੇ ਹੁੰਦੇ ਸੀ, But in the more important field of life, we were failures. ਲੇਕਿਨ ਜੀਵਨ ਜਿਹੜਾ ਕਿ ਇੱਕ ਸਭ ਤੋਂ ਮਹੱਤਵਪੂਰਨ ਮੈਦਾਨ ਹੈ, ਉਹਦੇ ਵਿੱਚ ਅਸੀਂ ਅਸਫਲ ਸੀ। And we had to recognize it. ਅਤੇ ਸਾਨੂੰ ਇਹ ਗੱਲ ਪਛਾਣਨੀ ਪਈ। Of course, we wore blinkers. We didn't want to see it. ਯਕੀਨਨ ਅਸੀਂ ਇਸ ਨੂੰ ਵੇਖਣਾ ਨਹੀਂ ਚਾਹੁੰਦੇ ਸੀ, But ਪਰ we didn't want to be dupes of tomorrow, ਅਸੀਂ ਨਹੀਂ ਚਾਹੁੰਦੇ ਸੀ ਕਿ ਕੱਲ ਸਾਨੂੰ ਪਤਾ ਲੱਗੇ ਕਿ ਅਸੀਂ ਠੱਗੇ ਗਏ ਹਾਂ। deceiving our own selves. ਅਸੀਂ ਆਪਣੇ ਆਪ ਨੂੰ ਧੋਖਾ ਨਹੀਂ ਦੇਣਾ ਚਾਹੁੰਦੇ ਸੀ। So, to some of us, there came a point beyond which we could not go. ਇਸ ਲਈ ਸਾਡੇ ਵਿੱਚੋਂ ਕਈਆਂ ਲਈ ਇੱਕ ਅਜਿਹਾ ਸਮਾਂ ਆਇਆ ਜਿਸ ਤੋਂ ਬਾਅਦ ਅਸੀਂ ਉਸ ਤੋਂ ਅੱਗੇ ਨਹੀਂ ਲੰਘ ਸਕੇ। A moment of truth. ਇੱਕ ਸੱਚਾਈ ਦਾ ਪਲ ਸਾਡੇ ਸਾਹਮਣੇ ਆਇਆ, When we said, let us settle this matter with God. ਜਦੋਂ ਅਸੀਂ ਇਹ ਆਖਿਆ ਕਿ ਆਓ ਅਸੀਂ ਪਰਮੇਸ਼ਵਰ ਦੇ ਨਾਲ ਇਸ ਮੁੱਦੇ ਨੂੰ ਹੱਲ ਕਰੀਏ। How long will we live this double life? ਔਰ ਕਿੰਨੇ ਸਮੇਂ ਤੱਕ ਅਸੀਂ ਇਸ ਦੋਹਰੇ ਜੀਵਨ ਨੂੰ ਬਿਤਾਉਂਦੇ ਰਵਾਂਗੇ। Let me tell you, it is not a very pleasant thing to be living a double life. ਵੇਖੋ, ਇੱਕ ਦੋਹਰਾ ਜੀਵਨ ਬਿਤਾਉਣਾ ਇਹ ਇੱਕ ਬੜੀ ਕੋਈ ਖੁਸ਼ੀ ਦੀ ਗੱਲ ਨਹੀਂ ਹੁੰਦੀ ਹੈ।
your nerves will not last very long that way. ਵੇਖੋ ਉਸ ਢੰਗ ਨਾਲ ਤੁਸੀਂ ਜ਼ਿਆਦਾ ਦੇਰ ਤੱਕ ਜੀਵਨ ਵਿੱਚ ਬਣੇ ਨਹੀਂ ਰਹਿ If ਸਕਦੇ you, ਹੋ। and here is the Lord Jesus Christ warning us of religious humbug. ਇੱਥੇ ਸਾਨੂੰ ਪ੍ਰਭੂ ਯਿਸੂ ਮਸੀਹ ਇਸ ਧਾਰਮਿਕ ਵਿਖਾਵੇ ਦੇ ਉੱਪਰ ਚੇਤਾਵਨੀ ਦਿੰਦਾ ਹੈ। And the second verse, please. ਅਤੇ ਉਸ ਦੀ ਦੂਜੀ ਆਇਤ, For there is nothing covered which shall not be revealed, ਕੋਈ ਚੀਜ਼ ਛਿਪੀ ਨਹੀਂ ਹੈ ਜਿਹੜੀ ਪ੍ਰਗਟ ਨਾ ਹੋਵੇਗੀ ਅਤੇ ਗੁਪਤ ਨਹੀਂ ਜਿਹੜੀ ਮਾਲੂਮ ਨਾ ਹੋਵੇਗੀ। neither hid that shall not be known. ਨਾ ਹੀ ਕੋਈ ਗੁਪਤ ਜਿਹੜੀ ਮਾਲੂਮ ਨਹੀਂ ਹੋਵੇਗੀ। Therefore, ਇਸ ਲਈ whatsoever you have spoken in darkness shall be heard in the light. ਜੋ ਕੁਝ ਤੁਸਾਂ ਹਨੇਰੇ ਵਿੱਚ ਕਿਹਾ ਹੈ ਸੋ ਚਾਨਣ ਵਿੱਚ ਸੁਣਾਇਆ ਜਾਵੇਗਾ। Now I would like to ask you, what would happen to you if tomorrow morning you went to your office and found that all that you had said abusing your boss in the bedroom were written right there in front of you in big bold letters? ਮੰਨ ਲਓ ਜਦੋਂ ਤੁਸੀਂ ਸਵੇਰੇ ਦਫ਼ਤਰ ਜਾਂਦੇ ਹੋ ਅਤੇ ਤੁਸੀਂ ਵੇਖਦੇ ਹੋ ਕਿ ਕੱਲ ਰਾਤ ਨੂੰ ਜੋ ਕੁਝ ਵੀ ਤੁਸੀਂ ਆਪਣੇ ਬੌਸ ਦੇ ਬਾਰੇ ਬੁਰਾ ਭਲਾ ਕਿਹਾ ਸੀ ਉਹ ਸਾਰਾ ਹੀ ਵੱਡੇ ਵੱਡੇ ਅੱਖਰਾਂ ਦੇ ਵਿੱਚ ਤੁਹਾਡੇ ਸਾਹਮਣੇ ਦਫ਼ਤਰ ਦੇ ਵਿੱਚ ਬੋਰਡ ਦੇ ਉੱਪਰ ਲਿਖਿਆ ਹੋਇਆ ਹੈ। A man came to see me in Germany, ਇੱਕ ਮਨੁੱਖ ਮੈਨੂੰ ਜਰਮਨੀ ਦੇ ਵਿੱਚ ਮਿਲਣ ਲਈ ਆਇਆ and seeing what a nice looking big fellow he was, ਅਤੇ ਉਹ ਇੱਕ ਬੜਾ ਹੀ ਸੋਹਣਾ ਵਧੀਆ ਮਨੁੱਖ ਸੀ। I said, you seem like a very fine man. ਮੈਂ ਉਸ ਨੂੰ ਆਖਿਆ ਕਿ ਤੂੰ ਬਹੁਤ ਹੀ ਵਧੀਆ ਮਨੁੱਖ ਦਿਖਦਾ ਹੈ। You know what he replied? ਤੁਹਾਨੂੰ ਪਤਾ ਉਸਨੇ ਕੀ ਜਵਾਬ ਦਿੱਤਾ? No, not at all. ਉਸਨੇ ਕਿਹਾ ਕਿ ਨਹੀਂ, ਬਿਲਕੁਲ ਵੀ ਨਹੀਂ, I am a liar. ਮੈਂ ਤਾਂ ਇੱਕ ਝੂਠਾ ਹਾਂ। My wife doesn't trust me. My son doesn't trust me. ਮੇਰੀ ਪਤਨੀ ਮੇਰੇ ਤੇ ਭਰੋਸਾ ਨਹੀਂ ਕਰਦੀ ਹੈ, ਮੇਰਾ ਮੁੰਡਾ ਮੇਰੇ ਤੇ ਭਰੋਸਾ ਨਹੀਂ ਕਰਦਾ ਹੈ। And my expense accounts which I give my office are false. ਅਤੇ ਜਿਹੜਾ ਵੀ ਖਰਚੇ ਦਾ ਹਿਸਾਬ ਮੈਂ ਆਪਣੇ ਦਫ਼ਤਰ ਵਿੱਚ ਦਿੱਤਾ ਸੀ ਉਹ ਸਾਰਾ ਝੂਠਾ ਸੀ। My dear friends, ਮੇਰੇ ਪਿਆਰੇ ਮਿੱਤਰੋ, the Lord Jesus said there is nothing hid which will not be uncovered. ਪ੍ਰਭੂ ਯਿਸੂ ਨੇ ਆਖਿਆ ਕਿ ਕੁਝ ਵੀ ਇੱਥੇ ਲੁਕਿਆ ਹੋਇਆ ਨਹੀਂ ਹੈ ਜਿਹੜਾ ਪ੍ਰਗਟ ਨਹੀਂ ਕੀਤਾ ਜਾਵੇਗਾ। Nothing. ਕੁਝ ਵੀ ਨਹੀਂ। Obvious, isn't it? ਪ੍ਰਤੱਖ ਤੌਰ ਤੇ Because if you and I are dealing with God, ਕਿਉਂਕਿ ਜੇਕਰ ਤੁਸੀਂ ਅਤੇ ਮੈਂ ਪਰਮੇਸ਼ਵਰ ਦੇ ਨਾਲ ਵਿਹਾਰ ਕਰ ਰਹੇ ਹਾਂ certainly nothing is hid in His sight. ਯਕੀਨਨ ਉਸ ਦੀਆਂ ਨਜ਼ਰਾਂ ਦੇ ਵਿੱਚੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ। You know, when you hear funny things happening around us, ਜਦੋਂ ਤੁਸੀਂ ਆਲੇ ਦੁਆਲੇ ਬੜੀਆਂ ਅਜੀਬ ਗੱਲਾਂ ਨੂੰ ਹੁੰਦਾ ਹੋਇਆ ਵੇਖਦੇ ਹੋ ਜਾਂ ਸੁਣਦੇ ਹੋ, you know, jewels stolen from this temple or that temple. ਤੁਸੀਂ ਵੇਖੋ ਇਸ ਮੰਦਿਰ ਦੇ ਵਿੱਚੋਂ ਜਾਂ ਦੂਸਰੇ ਮੰਦਿਰ ਦੇ ਵਿੱਚੋਂ ਸੋਨਾ ਚੁਰਾ ਲਿਆ ਜਾਂਦਾ ਹੈ, ਗਹਿਣੇ ਚੁਰਾ ਲਏ ਜਾਂਦੇ ਹਨ। I was addressing some meetings. ਮੈਂ ਕਿਸੇ ਮੀਟਿੰਗ ਨੂੰ ਸੰਬੋਧਿਤ ਕਰ ਰਿਹਾ ਸੀ। Just at that time, there had been a great burglary in a famous place of pilgrimage, a big temple. ਵੇਖੋ ਇੱਕ ਵੱਡੇ ਮੰਦਿਰ ਦੇ ਵਿੱਚ ਇੱਕ ਵੱਡੀ ਚੋਰੀ ਹੋਈ ਸੀ। ਉੱਥੇ ਬਹੁਤ ਸਾਰਾ ਧਨ ਜਾਂ ਪੈਸਾ ਜਾਂ ਸੋਨਾ ਚੁਰਾ ਲਿਆ ਗਿਆ ਸੀ। And in the meetings which I was addressing, there were a number of these criminals. ਮੀਟਿੰਗ ਜਿਸ ਨੂੰ ਮੈਂ ਸੰਬੋਧਿਤ ਕਰ ਰਿਹਾ ਸੀ ਉੱਥੇ ਬਹੁਤ ਸਾਰੇ ਅਪਰਾਧੀ ਆਏ ਹੋਏ ਸਨ। And no police method would make them confess. ਅਤੇ ਕੋਈ ਵੀ ਪੁਲਿਸ ਵਾਲਾ ਉਹਨਾਂ ਤੋਂ ਉਹਨਾਂ ਦੇ ਅਪਰਾਧ ਨੂੰ ਸਵੀਕਾਰ ਨਹੀਂ ਕਰਾ ਸਕਦਾ ਸੀ। But when they heard the word of God, ਪਰ ਜਦੋਂ ਉਹਨਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਸੁਣਿਆ, they said, we did it, and they returned those jewels. ਉਹਨਾਂ ਨੇ ਆਖਿਆ ਕਿ ਅਸੀਂ ਉਹ ਚੋਰੀ ਕੀਤੀ ਹੈ ਅਤੇ ਉਹਨਾਂ ਨੇ ਉਹ ਗਹਿਣੇ ਵਾਪਸ ਕਰ ਦਿੱਤੇ। My dear friends, ਮੇਰੇ ਪਿਆਰੇ ਮਿੱਤਰੋ, there is nothing hid in your life and my life
which is not going to be revealed. ਇੱਥੇ ਤੁਹਾਡੇ ਅਤੇ ਮੇਰੇ ਜੀਵਨ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਜਿਹੜਾ ਕਿ ਪ੍ਰਗਟ ਨਹੀਂ ਕੀਤਾ ਜਾਵੇਗਾ। I am deeply grieved and shocked at the way this country is running. ਮੈਂ ਜਿਸ ਢੰਗ ਨਾਲ ਇਹ ਦੇਸ਼ ਚੱਲ ਰਿਹਾ ਹੈ ਉਸ ਨੂੰ ਦੇਖ ਕੇ ਬਹੁਤ ਜ਼ਿਆਦਾ ਦੁਖੀ ਅਤੇ ਪਰੇਸ਼ਾਨ ਹਾਂ। I was going down one of the very nice roads coming down from Ooty. ਮੈਂ ਊਟੀ ਤੋਂ ਇੱਕ ਬਹੁਤ ਹੀ ਸੋਹਣਾ ਜਿਹੜਾ ਰੋਡ ਹੈ ਉੱਥੇ ਜਾ ਰਿਹਾ ਸੀ। I said, I have never seen this road in this horrible, pitted condition. ਮੈਂ ਆਖਿਆ ਕਿ ਮੈਂ ਕਦੇ ਵੀ ਇੰਨੀ ਭਿਆਨਕ ਸਥਿਤੀ ਦੇ ਵਿੱਚ ਇਹ ਰੋਡ ਇਹ ਸੜਕ ਨਹੀਂ ਦੇਖੀ ਹੈ। You know the reply I got? ਤੁਹਾਨੂੰ ਪਤਾ ਮੈਨੂੰ ਕੀ ਜਵਾਬ ਮਿਲਿਆ? The contractor is not willing to take up the job for this national highway ਠੇਕੇਦਾਰ ਇਸ ਰਾਸ਼ਟਰੀ ਸੜਕ ਦੇ ਲਈ ਠੇਕਾ ਲੈਣ ਦਾ ਚਾਹਵਾਨ ਨਹੀਂ ਹੈ because the minister is asking for a cut of 20%. ਕਿਉਂਕਿ ਮੰਤਰੀ ਉਸ ਦੇ ਵਿੱਚੋਂ 20% ਹਿੱਸਾ ਲੈਣਾ ਚਾਹੁੰਦਾ ਹੈ। Don't you think that man should be charged and put in prison? ਕਿ ਤੁਹਾਡੇ ਅਨੁਸਾਰ ਉਸ ਵਿਅਕਤੀ ਤੇ ਕਾਰਵਾਈ ਕਰਕੇ ਉਸ ਨੂੰ ਕੈਦ ਵਿੱਚ ਨਹੀਂ ਪਾਇਆ ਜਾਣਾ ਚਾਹੀਦਾ? You and I drive down that road, wreck our cars, wreck our tires. ਤੁਸੀਂ ਅਤੇ ਮੈਂ ਉਹਨਾਂ ਸੜਕਾਂ ਤੇ ਯਾਤਰਾ ਕਰਦੇ ਹਾਂ ਅਤੇ ਸਾਡੇ ਕਾਰ ਅਤੇ ਸਾਡੇ ਟਾਇਰ ਖਰਾਬ ਹੁੰਦੇ ਹਨ। I can see scooter is dying. ਮੈਂ ਦੇਖਦਾ ਹਾਂ ਕਿ ਸਕੂਟਰ ਖਤਮ ਹੋ ਰਿਹਾ ਹੈ। All because of a greedy man at the top. ਇਹ ਸਭ ਇਸ ਕਰਕੇ ਕਿਉਂਕਿ ਇੱਕ ਮਨੁੱਖ ਜਿਹੜਾ ਸਭ ਤੋਂ ਉੱਪਰ ਹੈ ਉਹ ਲਾਲਚੀ ਹੈ। And a lot of docile, dumb dogs, as the Bible calls them, who will not even bark. ਅਤੇ ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਉਸ ਦੇ ਵਿਰੁੱਧ ਬੋਲਦੇ ਵੀ ਨਹੀਂ ਹਨ, ਜਿਵੇਂ ਕਿ ਬਾਈਬਲ ਦੇ ਵਿੱਚ ਆਖਿਆ ਹੋਇਆ ਉਹ ਗੂੰਗੇ ਕੁੱਤੇ ਹਨ। And so this pillage and plunder continues. ਇਸ ਕਰਕੇ ਇਹ ਲੁੱਟ ਲਗਾਤਾਰ ਜਾਰੀ ਰਹਿੰਦੀ ਹੈ। I see thousands of people returning money, ill-gotten money, ਮੈਂ ਹਜ਼ਾਰਾਂ ਲੋਕਾਂ ਨੂੰ ਬੁਰੇ ਢੰਗ ਨਾਲ ਕੀਤੀ ਹੋਈ ਕਮਾਈ ਨੂੰ ਵਾਪਸ ਕਰਦੇ ਹੋਏ ਵੇਖਿਆ ਹੈ। returning money to the government, ਉਹ ਸਰਕਾਰ ਨੂੰ ਪੈਸਾ ਵਾਪਸ ਮੋੜ ਦਿੰਦੇ ਹਨ, to the railways. ਰੇਲਵੇ ਨੂੰ ਵਾਪਸ ਮੋੜਦੇ ਹਨ। Now this kind of looting has to stop. ਵੇਖੋ ਇਸ ਕਿਸਮ ਦੀ ਲੁੱਟ ਜਿਹੜੀ ਹੈ ਉਹ ਖਤਮ ਹੋਣੀ ਚਾਹੀਦੀ ਹੈ। Scandals over scams and scandals over almost everything. ਲਗਭਗ ਹਰ ਪਾਸੇ ਕਿਤੇ ਨਾ ਕਿਤੇ ਠੱਗੀਆਂ ਠੋਰੀਆਂ ਚੱਲ ਹੀ ਰਹੀਆਂ ਹਨ। And what does God say? ਅਤੇ ਪਰਮੇਸ਼ਵਰ ਇਸ ਬਾਰੇ ਕੀ ਆਖਦਾ ਹੈ? There is nothing hid which will not be revealed. ਕੁਝ ਵੀ ਅਜਿਹਾ ਨਹੀਂ ਜਿਹੜਾ ਕਿ ਲੁਕਿਆ ਹੋਇਆ ਹੈ ਅਤੇ ਪ੍ਰਗਟ ਨਹੀਂ ਕੀਤਾ ਜਾਵੇਗਾ। Now I say to people, I said to a ticket collector in the train, ਮੈਂ ਲੋਕਾਂ ਨੂੰ ਆਖਦਾ ਹਾਂ, ਮੈਂ ਇੱਕ ਰੇਲ ਗੱਡੀ ਦੇ ਵਿੱਚ ਇੱਕ ਟਿਕਟ ਕਲੈਕਟਰ ਨੂੰ ਇਸ ਤਰ੍ਹਾਂ ਆਖਿਆ, do you find a lot of ticketless travelers? ਕਿ ਤੂੰ ਵੇਖਦਾ ਹੈ ਕਿ ਬਹੁਤ ਸਾਰੇ ਯਾਤਰੀ ਬਿਨਾਂ ਟਿਕਟ ਤੋਂ ਯਾਤਰਾ ਕਰਦੇ ਹਨ? Oh yes, he said. ਉਸਨੇ ਆਖਿਆ ਹਾਂ। I have caught even an MLA. ਉਸਨੇ ਆਖਿਆ ਮੈਂ ਇੱਕ MLA ਨੂੰ ਵੀ ਫੜਿਆ ਸੀ। But if I arrest him, I will be transferred out of my place. ਪਰ ਜੇਕਰ ਮੈਂ ਉਸ ਨੂੰ ਗ੍ਰਿਫਤਾਰ ਕਰਾਂ ਤਾਂ ਮੇਰੀ ਬਦਲੀ ਹੋ ਜਾਵੇਗੀ, ਮੈਨੂੰ ਇਸ ਜਗ੍ਹਾ ਤੋਂ ਕਿਸੇ ਹੋਰ ਜਗ੍ਹਾ ਤੇ ਭੇਜ ਦਿੱਤਾ ਜਾਵੇਗਾ। What a tragedy when ordinary officials cannot even do their duty. ਕਿੰਨੇ ਦੁੱਖ ਦੀ ਗੱਲ ਹੈ ਜਦੋਂ ਇੱਕ ਆਮ ਵਿਅਕਤੀ ਆਪਣੀ ਨੌਕਰੀ ਵੀ ਨਹੀਂ ਕਰ ਸਕਦਾ। We have gathered round us a system ਅਸੀਂ ਆਪਣੇ ਆਲੇ ਦੁਆਲੇ ਇੱਕ ਅਜਿਹੇ ਸਿਸਟਮ ਨੂੰ ਤਿਆਰ ਕਰ ਲਿਆ ਹੈ where we have accepted unrighteousness. ਜਿੱਥੇ ਕਿ ਅਸੀਂ ਕੁਧਰਮ ਨੂੰ ਸਵੀਕਾਰ ਕਰ ਲਿਆ ਹੈ। The moment you accept unrighteousness, ਜਿਸ ਪਲ ਤੁਸੀਂ ਕੁਧਰਮ ਨੂੰ ਸਵੀਕਾਰ ਕਰਦੇ ਹੋ, you lose your moral backbone. ਤੁਸੀਂ ਆਪਣੀ ਨੈਤਿਕ ਰੀੜ੍ਹ ਦੀ ਹੱਡੀ ਨੂੰ ਗਵਾ ਦਿੰਦੇ ਹੋ। And if a father loses his moral backbone, ਅਤੇ ਜੇਕਰ ਇੱਕ ਪਿਤਾ ਆਪਣੀ ਨੈਤਿਕ ਰੀੜ੍ਹ ਦੀ ਹੱਡੀ ਨੂੰ there ਗਵਾ is ਦੇਵੇ no hope for that family. ਤਾਂ ਫਿਰ ਉਸ ਪਰਿਵਾਰ ਦੇ ਲਈ ਕੋਈ ਆਸ ਨਹੀਂ ਬਚਦੀ ਹੈ। He becomes a philanderer. ਜੇਕਰ ਉਹ ਲੁੱਟਣ ਵਾਲਾ ਹੀ ਬਣ ਜਾਵੇ And at every whim he can change his partners. ਅਤੇ ਹਰ ਜਗ੍ਹਾ ਉਹ ਆਪਣੇ ਭਾਈਵਾਲ ਨੂੰ ਬਦਲਦਾ ਹੀ ਰਹੇ। No, this is the kind of world which we are creating
for our children. ਵੇਖੋ ਇਸ ਤਰ੍ਹਾਂ ਦਾ ਵਾਤਾਵਰਣ ਜਿਹੜਾ ਹੈ ਅਸੀਂ ਆਪਣੇ ਬੱਚਿਆਂ ਲਈ ਪੈਦਾ ਕਰ ਰਹੇ ਹਾਂ। Where is righteousness? ਔਰ ਧਾਰਮਿਕਤਾ ਕਿੱਥੇ ਹੈ? Religion, religion, religion everywhere. ਹਰ ਪਾਸੇ ਧਰਮ 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 ਹਰ ਪਾਸੇ ਹੈ, But ਪਰ no truth. ਸੱਚਾਈ ਨਹੀਂ ਹੈ। My dear friends, ਮੇਰੇ ਪਿਆਰੇ ਮਿੱਤਰੋ, religion minus truth is humbug. ਧਾਰਮਿਕਤਾ ਦੇ ਵਿੱਚੋਂ ਜੇਕਰ ਸੱਚਾਈ ਕੱਢ ਦਿੱਤੀ ਜਾਵੇ ਤਾਂ ਸਿਰਫ ਵਿਖਾਵਾ ਹੈ। Pure humbug. ਇਹ ਪੂਰੀ ਤਰ੍ਹਾਂ ਕਪਟ ਹੈ। I grew up in a home where my father and mother showed me Jesus Christ. ਮੈਂ ਇੱਕ ਅਜਿਹੇ ਘਰ ਦੇ ਵਿੱਚ ਵੱਡਾ ਹੋਇਆ ਜਿੱਥੇ ਮੇਰੇ ਮਾਤਾ ਪਿਤਾ ਨੇ ਮੈਨੂੰ ਪ੍ਰਭੂ ਯਿਸੂ ਵਿਖਾਇਆ। Jesus Christ live and in action. ਪ੍ਰਭੂ ਯਿਸੂ ਨੂੰ ਜਿਉਂਦਾ ਅਤੇ ਕਿਰਿਆ ਦੇ ਵਿੱਚ ਉਹਨਾਂ ਨੇ ਮੈਨੂੰ ਵਿਖਾਇਆ ਸੀ। When I was dying of a serious form of malaria, ਜਦੋਂ ਮੈਨੂੰ ਇੱਕ ਗੰਭੀਰ ਕਿਸਮ ਦਾ ਮਲੇਰੀਆ ਹੋ ਗਿਆ ਸੀ, my father was away about 500 kilometers away, and there had been an awful cyclone which disrupted all telegraphic communications. At that time, you didn't have cell phones, of course. ਮੇਰੇ ਪਿਤਾ ਜੀ ਉਸ ਸਮੇਂ ਮੈਥੋਂ ਇੱਕ 500 ਕਿਲੋਮੀਟਰ ਦੀ ਦੂਰੀ ਤੇ ਸਨ ਅਤੇ ਇੱਕ ਸਾਈਕਲੋਨ ਆਇਆ ਜਿਸ ਨੇ ਸਭ ਕੁਝ ਅਸਤ-ਵਿਅਸਤ ਕਰਕੇ ਰੱਖ ਦਿੱਤਾ ਸੀ। God told my father that I was critically ill, ਪਰਮੇਸ਼ਵਰ ਨੇ ਮੇਰੇ ਪਿਤਾ ਨਾਲ ਗੱਲ ਕੀਤੀ ਕਿ ਮੈਂ ਬਹੁਤ ਜ਼ਿਆਦਾ ਬਿਮਾਰ ਹਾਂ and he came back quickly, ਅਤੇ ਉਹ ਛੇਤੀ ਦੇ ਨਾਲ ਵਾਪਸ ਆ ਗਿਆ and he prayed for me. ਅਤੇ ਉਸ ਨੇ ਮੇਰੇ ਲਈ ਦੁਆ I ਕੀਤੀ। had to play hockey and cricket matches as well as tennis matches. ਮੈਂ ਉਸ ਸਮੇਂ ਕ੍ਰਿਕਟ, ਹਾਕੀ ਅਤੇ ਟੈਨਿਸ ਦੇ ਮੈਚ ਖੇਡਦਾ ਹੁੰਦਾ ਸੀ। But what happened to that malaria germ? ਲੇਕਿਨ ਉਸ ਮਲੇਰੀਆ ਦੇ ਜਰਮ ਨੂੰ ਕੀ ਹੋਇਆ ਸੀ? I was healed. ਮੈਂ ਚੰਗਾ ਹੋ ਗਿਆ। Yes, ਹਾਂ, and countless others besides me. ਅਤੇ ਮੇਰੇ ਨਾਲ ਹੋਰ ਵੀ ਬਹੁਤ ਅਣਗਿਣਤ ਲੋਕ ਸਨ। But more than physical healing ਲੇਕਿਨ ਸਰੀਰਕ ਚੰਗਾਈ ਤੋਂ ਵੱਧ ਕੇ is the healing of your spirit. ਇਹ ਤੁਹਾਡੇ ਆਤਮਾ ਦੀ ਚੰਗਿਆਈ ਹੈ। When your spirit is dead, ਜਦੋਂ ਤੁਹਾਡਾ ਆਤਮਾ ਮਰ ਜਾਂਦਾ ਹੈ, your communication with God is dead. ਪਰਮੇਸ਼ਵਰ ਦੇ ਨਾਲ ਤੁਹਾਡਾ ਸੰਚਾਰ ਵੀ ਮੁਰਦਾ ਹੁੰਦਾ ਹੈ। You want me to pray to that wall? ਤੁਸੀਂ ਚਾਹੁੰਦੇ ਹੋ ਕਿ ਮੈਂ ਉਸ ਕੰਧ ਦੇ ਅੱਗੇ ਦੁਆ ਕਰਾਂ? You see how well this microphone is working? ਤੁਸੀਂ ਵੇਖੋਗੇ ਕਿ ਕਿਵੇਂ ਅੱਛੀ ਤਰ੍ਹਾਂ ਨਾਲ ਇਹ ਮਾਈਕ੍ਰੋਫੋਨ ਚੱਲ ਰਿਹਾ ਹੈ। You want me to pray to this microphone? ਕੀ ਤੁਸੀਂ ਇਸ ਮਾਈਕ੍ਰੋਫੋਨ ਦੇ ਲਈ ਦੁਆ ਕਰਨਾ ਚਾਹੁੰਦੇ ਹੋ? Maybe one of you tells me you're a Jagat Guru. You want me to pray to you? ਹੋ ਸਕਦਾ ਹੈ ਤੁਹਾਡੇ ਵਿੱਚੋਂ ਕੋਈ ਮੈਨੂੰ ਕਹੇ ਕਿ ਤੁਸੀਂ ਜਗਤ ਗੁਰੂ ਹੋ, ਕਿ ਮੈਂ ਤੁਹਾਡੇ ਲਈ ਦੁਆ ਕਰਾਂ? Never. ਕਦੇ ਵੀ ਨਹੀਂ। I will never bow my knee to any man. ਮੈਂ ਕਿਸੇ ਵੀ ਮਨੁੱਖ ਦੇ ਅੱਗੇ ਆਪਣੇ ਗੋਡੇ ਨਹੀਂ ਨਿਵਾਵਾਂਗਾ। If you're worthy of respect, I'll respect you. ਜੇਕਰ ਤੁਸੀਂ ਆਦਰ ਦੇ ਯੋਗ ਹੋ ਤਾਂ ਮੈਂ ਤੁਹਾਡਾ ਆਦਰ ਕਰਾਂਗਾ। But don't you imagine that I will ever worship you. ਪਰ ਇਹ ਕਲਪਨਾ ਨਾ ਕਰੋ ਕਿ ਮੈਂ ਤੁਹਾਡੀ ਆਰਾਧਨਾ ਕਰਾਂਗਾ। No, this is becoming increasingly a problem for me. ਵੇਖੋ ਮੇਰੇ ਲਈ ਇੱਕ ਬਹੁਤ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। Because we have this Guru Bhakti, in this country. You elderly man, you must touch his feet, you must do something like this, and so on and so forth, bring some gifts. ਵੇਖੋ ਇੱਕ ਅਜਿਹੀ ਰਸਮ ਬਣਦੀ ਜਾ ਰਹੀ ਹੈ ਕਿ ਅਸੀਂ ਆਪਣੇ ਗੁਰੂਆਂ ਦੀ ਭਗਤੀ ਕਰਨੀ ਹੈ, ਉਹਨਾਂ ਦੇ ਪੈਰ ਛੂਹਣੇ ਹਨ, ਉਹਨਾਂ ਨੂੰ ਤੋਹਫੇ ਦੇਣੇ ਹਨ। I say to people, none of these things for me. ਮੈਂ ਲੋਕਾਂ ਨੂੰ ਆਖਦਾ ਹਾਂ ਕਿ ਅਜਿਹਾ ਕੁਝ ਵੀ ਮੇਰੇ ਨਾਲ ਨਹੀਂ ਕਰਨਾ ਹੈ। I am only a sinful man. ਮੈਂ ਤਾਂ ਇੱਕ ਸਧਾਰਨ ਮਨੁੱਖ ਹਾਂ। The miracle which has happened in my life is only due to the Savior becoming the prayashchit bali for a sinner like me. Do you know propitiatory death? Prayashchit bali. ਚਮਤਕਾਰ ਜੋ ਮੇਰੇ ਜੀਵਨ ਵਿੱਚ ਹੋਇਆ ਹੈ ਉਹ ਸਿਰਫ ਇਸ ਕਰਕੇ ਹੈ ਕਿਉਂਕਿ ਪ੍ਰਭੂ ਯਿਸੂ ਮੇਰੇ ਲਈ ਇੱਕ ਪ੍ਰਾਸ਼ਚਿਤ ਬਲੀ ਬਣ ਗਿਆ ਸੀ। ਉਸ ਨੇ ਆਪਣਾ ਬਲੀਦਾਨ ਮੇਰੇ ਲਈ ਦਿੱਤਾ ਸੀ। Now think of a society ਸਮਾਜ ਦੇ ਬਾਰੇ ਸੋਚੋ
where you feel secure. ਜਿੱਥੇ ਕਿ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ। You know, my dear friends, one of the fastest growing industries today is security and security devices. ਵੇਖਿਓ ਮੇਰੇ ਮਿੱਤਰੋ, ਅੱਜ ਕੱਲ ਦੇ ਸਮਾਜ ਵਿੱਚ ਇੱਕ ਸਭ ਤੋਂ ਜ਼ਿਆਦਾ ਢੰਗ ਜਿਹੜਾ ਵੱਧਦਾ ਜਾ ਰਿਹਾ ਹੈ ਉਹ ਹੈ ਸੁਰੱਖਿਆ, ਅਤੇ ਸੁਰੱਖਿਆ ਦੇ ਬਹੁਤ ਸਾਰੇ ਯੰਤਰ ਵੀ ਹਨ। Look at the price you and I are paying. ਵੇਖੋ ਉਸ ਦੇ ਲਈ ਕਿੰਨੀ ਕੀਮਤ ਤੁਸੀਂ ਅਤੇ ਮੈਂ ਦੇ ਰਹੇ ਹਾਂ। Take air tickets. ਚਾਹੇ 에ਅਰ ਟਿਕਟ ਦੇ ਬਾਰੇ ਸੋਚੋ। I noticed that some of our international tickets, almost half of them is designated for this tax or that tax or security at the airport. ਮੈਂ ਇਹ ਧਿਆਨ ਕੀਤਾ ਹੈ ਕਿ ਜਿਹੜੀਆਂ ਸਾਡੀਆਂ ਹਵਾਈ ਟਿਕਟਾਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਲਗਭਗ ਅੱਧਾ ਪੈਸਾ ਫਲਾਣੇ ਟੈਕਸ ਦਾ ਹੁੰਦਾ ਹੈ ਜਾਂ ਫਿਰ ਸਾਡੀ ਸੁਰੱਖਿਆ ਦਾ, 에ਅਰਪੋਰਟ ਤੇ ਸਾਡੀ ਸੁਰੱਖਿਆ ਦਾ। We have surrounded ourselves by insecurity. ਅਸੀਂ ਆਪਣੇ ਆਲੇ ਦੁਆਲੇ ਅਸੁਰੱਖਿਆ ਦੇ ਨਾਲ ਘਿਰੇ ਹੋਏ ਹਾਂ। How many women I meet who feel very insecure. ਬਹੁਤ ਸਾਰੀਆਂ ਔਰਤਾਂ ਜਿਨ੍ਹਾਂ ਨੂੰ ਮੈਂ ਮਿਲਿਆ ਉਹਨਾਂ ਮੈਨੂੰ ਦੱਸਿਆ ਕਿ ਉਹ ਬਹੁਤ ਜ਼ਿਆਦਾ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। A revenue official told me, ਇੱਕ ਸਰਕਾਰੀ ਅਧਿਕਾਰੀ ਨੇ ਮੈਨੂੰ ਦੱਸਿਆ, I have a name that I am a very fine man. ਮੇਰਾ ਇੱਕ ਇਹ ਨਾਮ ਹੈ, ਇੰਨਾ ਨਾਮ ਹੈ ਕਿ ਮੈਂ ਬਹੁਤ ਵਧੀਆ ਮਨੁੱਖ ਗਿਣਿਆ ਜਾਂਦਾ ਹਾਂ। But when I go on camp, ਪਰ ਜਦੋਂ ਮੈਂ ਕੈਂਪ 'ਚ ਜਾਂਦਾ ਹਾਂ I live a vile life. ਮੈਂ ਇੱਕ ਬਹੁਤ ਹੀ ਜੰਗਲੀ ਜੀਵਨ ਬਿਤਾਉਂਦਾ ਹਾਂ। And my wife, she cannot even believe it. ਅਤੇ ਮੇਰੀ ਪਤਨੀ ਇਸ ਦੇ ਉੱਪਰ ਵਿਸ਼ਵਾਸ ਵੀ ਨਹੀਂ ਕਰ ਸਕਦੀ ਹੈ। I said to him, ਮੈਂ ਉਸ ਨੂੰ ਆਖਿਆ, you have been so unfaithful to your wife. ਤੂੰ ਆਪਣੀ ਪਤਨੀ ਦੇ ਨਾਲ ਬਹੁਤ ਜ਼ਿਆਦਾ ਬੇਵਫਾਈ ਕੀਤੀ ਹੈ। You must ask her pardon ਤੂੰ ਉਸ ਤੋਂ ਮਾਫੀ ਮੰਗੀ because you promised to be faithful to her at your marriage. ਕਿਉਂਕਿ ਤੂੰ ਉਸ ਦੇ ਨਾਲ ਵਫਾਦਾਰ ਰਹਿਣ ਦਾ ਵਾਅਦਾ ਕੀਤਾ ਸੀ। What did he reply? ਉਸ ਨੇ ਕੀ ਜਵਾਬ ਦਿੱਤਾ? Oh, my wife will not even believe me if I confess such things. ਉਹ ਕਹਿਣ ਲੱਗਾ, ਜੇਕਰ ਮੈਂ ਅਜਿਹੀਆਂ ਗੱਲਾਂ ਦਾ ਇਕਰਾਰ ਕਰਾਂ ਤਾਂ ਮੇਰੀ ਪਤਨੀ ਵਿਸ਼ਵਾਸ ਹੀ She ਨਹੀਂ ਕਰੇਗੀ। trusts me. ਉਹ ਮੇਰੇ ਤੇ ਭਰੋਸਾ ਕਰਦੀ ਹੈ। Yes, we have misused trust ਹਾਂ, ਅਸੀਂ ਉਸ ਭਰੋਸੇ ਦਾ ਗਲਤ ਇਸਤੇਮਾਲ ਕੀਤਾ ਹੈ and we have made ourselves insecure and others around us. ਅਤੇ ਅਸੀਂ ਆਪਣੇ ਆਪ ਨੂੰ ਅਤੇ ਜਿਹੜੇ ਸਾਡੇ ਆਲੇ ਦੁਆਲੇ ਹਨ ਉਹਨਾਂ ਨੂੰ ਅਸੁਰੱਖਿਅਤ ਮਹਿਸੂਸ ਕਰਨ ਵਾਲਾ ਬਣਾਇਆ ਹੈ। You know what the Lord Jesus said in the 14th chapter of John? ਤੁਹਾਨੂੰ ਪਤਾ ਹੈ ਯੋਹਨਾ ਦੀ ਅੰਜੀਲ 14 ਅਧਿਆਇ ਦੇ ਵਿੱਚ ਪ੍ਰਭੂ ਯਿਸੂ ਨੇ ਕੀ ਆਖਿਆ ਸੀ? I will give you another comforter. ਮੈਂ ਤੁਹਾਨੂੰ ਇੱਕ ਸਹਾਇਕ ਦਵਾਂਗਾ। 16th verse, 16 ਆਇਤ, that he may be with you forever. ਤਾਂ ਜੋ ਉਹ ਸਦਾ ਲਈ ਤੁਹਾਡੇ ਸੰਗ ਰਹੇ। All right. ਵੇਖੋ, I suppose some of you do go to some church ਮੈਂ ਸੋਚਦਾ ਹਾਂ ਕਿ ਤੁਹਾਡੇ ਵਿੱਚੋਂ ਕੁਝ ਲੋਕ ਚਰਚ ਜਾਂਦੇ ਹਨ or any other place of worship. ਜਾਂ ਫਿਰ ਕਿਸੇ ਹੋਰ ਆਰਾਧਨਾ ਦੇ ਸਥਾਨ ਤੇ ਜ਼ਰੂਰ ਜਾਂਦੇ ਹੋਣਗੇ। And some of you probably said almost every Sunday, I believe in the Holy Spirit, Holy Ghost. ਅਤੇ ਤੁਹਾਡੇ ਵਿੱਚੋਂ ਕਈ ਪੂਰਾ ਦਿਨ, ਪੂਰਾ ਐਤਵਾਰ ਪਵਿੱਤਰ ਆਤਮਾ ਦੀ ਭਰਪੂਰੀ ਦੇ ਵਿੱਚ ਜੀਵਨ ਬਿਤਾਉਂਦੇ ਹਨ। My dear friends, what did your belief do for you? ਮੇਰੇ ਪਿਆਰੇ ਮਿੱਤਰੋ, ਇਸ ਤੁਹਾਡੇ ਵਿਸ਼ਵਾਸ ਨੇ ਤੁਹਾਡੇ ਲਈ ਕੀਤਾ ਕੀ ਹੈ? If you believe in the Holy Ghost, ਜੇਕਰ ਤੁਸੀਂ ਪਵਿੱਤਰ ਆਤਮਾ ਤੇ ਵਿਸ਼ਵਾਸ ਕਰਦੇ ਹੋ, has your life been free of deceit and lies? ਕੀ ਤੁਹਾਡਾ ਜੀਵਨ ਝੂਠ ਅਤੇ ਫਰੇਬ ਤੋਂ ਆਜ਼ਾਦ ਹੋਇਆ ਹੈ? You know, when people tell me that their accounts are full of lies, ਜਦੋਂ ਲੋਕ ਮੈਨੂੰ ਅਜਿਹਾ ਦੱਸਦੇ ਹਨ ਕਿ ਉਹਨਾਂ ਦੇ ਖਾਤੇ ਸਾਰੇ ਝੂਠ ਦੇ ਨਾਲ ਭਰੇ ਹੋਏ ਹਨ। you know, some years ago we had a finance minister in this country. ਕੁਝ ਸਾਲ ਪਹਿਲਾਂ ਸਾਡੇ ਇਸ ਦੇਸ਼ ਦੇ ਵਿੱਚ ਇੱਕ ਸਾਡਾ ਅਰਥ ਪ੍ਰਬੰਧਕ ਸੀ। Suddenly he came out with a howler, with a big howler, a joke. He said, I forgot to pay my income tax for 7 years or something like that. ਅਚਾਨਕ ਉਹ ਇੱਕ ਬੜੀ ਹੀ ਮਜ਼ਾਕੀਆ ਗੱਲ ਦੇ ਨਾਲ ਸਾਹਮਣੇ ਆਇਆ। ਉਸਨੇ ਕਿਹਾ ਕਿ ਲਗਭਗ ਪਿਛਲੇ 7 ਸਾਲਾਂ ਤੋਂ ਮੈਂ ਆਪਣਾ ਇਨਕਮ ਟੈਕਸ ਨਹੀਂ ਦਿੱਤਾ ਹੈ।
Now, dear friends, ਮੇਰੇ ਪਿਆਰੇ ਮਿੱਤਰੋ, the Lord Jesus Christ said, even the Spirit of truth, whom the world cannot receive. ਪ੍ਰਭੂ ਯਿਸੂ ਨੇ ਆਖਿਆ ਕਿ ਸੱਚਾਈ ਦਾ ਆਤਮਾ ਜਿਸ ਨੂੰ ਸੰਸਾਰ ਸਵੀਕਾਰ ਨਹੀਂ ਕਰ ਸਕਦਾ The ਹੈ, Spirit of truth. ਉਹ ਸੱਚਾਈ ਦਾ ਆਤਮਾ। So I see people coming out with all the hidden things in their lives, bringing them to the cross of Jesus. ਮੈਂ ਵੇਖਦਾ ਹਾਂ ਕਿ ਲੋਕ ਆਪਣੀਆਂ ਲੁਕੀਆਂ ਹੋਈਆਂ ਗੱਲਾਂ ਨੂੰ ਸਲੀਬ ਦੇ ਸਾਹਮਣੇ ਲੈ ਕੇ ਆਉਂਦੇ ਹਨ। Coming clean, coming clean. ਉਹ ਸ਼ੁੱਧ ਹੋ ਕੇ ਵਾਪਸ ਆਉਂਦੇ ਹਨ। My dear friends, that is a different quality of life. ਮੇਰੇ ਪਿਆਰੇ ਮਿੱਤਰੋ, ਇਹ ਇੱਕ ਜੀਵਨ ਦੀ ਅਲੱਗ You ਖੂਬੀ ਹੈ। think the quality of life, your quality of life, depends upon the depth of your lounge chair. ਤੁਸੀਂ ਸੋਚਦੇ ਹੋ ਕਿ ਤੁਹਾਡੇ ਜੀਵਨ ਦੀ ਜਿਹੜੀ ਕੁਆਲਿਟੀ ਹੈ ਉਹ ਵੱਡੀ ਕੁਰਸੀ ਤੇ ਲੇਟਣ ਦੇ ਨਾਲ ਹੈ And the pile of money you have in the bank. ਅਤੇ ਬਹੁਤ ਸਾਰਾ ਧਨ ਜਿਹੜਾ ਕਿ ਤੁਹਾਡੇ ਬੈਂਕ ਵਿੱਚ ਤੁਹਾਡੇ ਕੋਲ ਹੈ। No, my friend. ਮੇਰੇ ਪਿਆਰੇ ਮਿੱਤਰੋ, ਨਹੀਂ। He that covereth his sin will not prosper. ਉਹ ਜਿਹੜਾ ਆਪਣੇ ਪਾਪ ਨੂੰ ਲੁਕਾਉਂਦਾ ਹੈ ਉਹ ਸਫਲ ਨਹੀਂ ਹੋਵੇਗਾ। Whoso confesseth ਜਿਹੜਾ ਵੀ ਉਸ ਦਾ ਇਕਰਾਰ ਕਰਦਾ ਹੈ and forsaketh his sin ਅਤੇ ਆਪਣੇ ਪਾਪ ਨੂੰ ਛੱਡ ਦਿੰਦਾ ਹੈ, shall have mercy. ਉਸ ਦੇ ਉੱਤੇ ਦਇਆ ਕੀਤੀ ਜਾਵੇਗੀ। That is the word of God. ਇਹ ਪਰਮੇਸ਼ਵਰ ਦਾ ਵਚਨ ਆਖਦਾ ਹੈ। I want every one of you to enjoy this forgiveness and mercy. ਮੈਂ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਹਰੇਕ ਇਸ ਦਇਆ ਅਤੇ ਮਾਫੀ ਦਾ ਅਨੁਭਵ ਕਰੇ। I want every one of you to have that peace which nothing can destroy. ਮੈਂ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਹਰ ਕੋਈ ਉਸ ਸ਼ਾਂਤੀ ਨੂੰ ਪ੍ਰਾਪਤ ਕਰੇ ਜਿਸ ਨੂੰ ਨਾਸ਼ ਨਹੀਂ ਕੀਤਾ ਜਾ That ਸਕਦਾ ਹੈ। is the blessing that Jesus gives you. ਇਹ ਉਹ ਬਰਕਤ ਹੈ ਜਿਹੜੀ ਪ੍ਰਭੂ ਯਿਸੂ ਸਾਨੂੰ ਦਿੰਦਾ ਹੈ। Let us pray. ਆਓ ਅਸੀਂ ਪ੍ਰਾਰਥਨਾ ਕਰੀਏ। Let us pray. ਆਓ ਅਸੀਂ ਪ੍ਰਾਰਥਨਾ In ਕਰੀਏ। a few moments we'll send you home. ਕੁਝ ਹੀ ਪਲਾਂ ਵਿੱਚ ਅਸੀਂ ਤੁਹਾਨੂੰ ਘਰ ਭੇਜ ਦੇਵਾਂਗੇ। Tell God with all your heart, ਆਪਣੇ ਪੂਰੇ ਦਿਲ ਦੇ ਨਾਲ ਪਰਮੇਸ਼ਵਰ ਨੂੰ ਕਹੋ, Lord, I need a pure heart and a clean conscience. ਪ੍ਰਭੂ ਮੈਨੂੰ ਇੱਕ ਸ਼ੁੱਧ ਦਿਲ ਚਾਹੀਦਾ ਹੈ ਅਤੇ ਇੱਕ ਸ਼ੁੱਧ ਜ਼ਮੀਰ ਚਾਹੀਦਾ ਹੈ। I can play with a soccer ball, I can play with a tennis ball, ਮੈਂ ਫੁੱਟਬਾਲ ਦੀ ਗੇਂਦ ਦੇ ਨਾਲ ਅਤੇ ਟੈਨਿਸ ਦੀ ਗੇਂਦ ਦੇ ਨਾਲ ਖੇਡ ਸਕਦਾ ਹਾਂ, but I cannot play with you, O living God. ਲੇਕਿਨ ਹੇ ਜਿਉਂਦੇ ਪਰਮੇਸ਼ਵਰ, ਮੈਂ ਤੇਰੇ ਨਾਲ ਕੋਈ ਵੀ ਖੇਡ ਨਹੀਂ ਖੇਡ ਸਕਦਾ ਹਾਂ। Cleanse me, ਮੈਨੂੰ ਸ਼ੁੱਧ ਕਰ, wash me from my sins, ਮੈਨੂੰ ਮੇਰੇ ਪਾਪ ਤੋਂ ਧੋ ਸੁੱਟ, give me a new heart. ਮੈਨੂੰ ਇੱਕ ਨਵਾਂ ਦਿਲ ਦੇ ਦੇ। Hear our prayer ਸਾਡੀ ਪ੍ਰਾਰਥਨਾ ਨੂੰ ਸੁਣ ਲੈ। in Jesus' holy name. ਯਿਸੂ ਦੇ ਪਵਿੱਤਰ ਨਾਮ ਵਿੱਚ ਮੰਗਦੇ ਹਾਂ, Amen. ਆਮੀਨ।